श्री वाहे गुरु साहिब जी। सेवक सिख पूजन सब आवे, सब गावे हर हर उत्तम बानी। गाविया सुनिया तिनका हर छाए भावै, जिन सतगुर की आज्ञा सत सत कर मानी। बोलो भाई हर कीरत, हर पवजल तीरथ। हर दर तिनकी उत्तम बात है संतो, हर कथा जिन जन हो जानी रहा। आपे गुर चेला है आपे, आपे हर प्रभ चोज बडानी। जन नानक आप मिलाए सोई हर मिल से, और सब त्याग उबार पानी। सो को टल गुर सेविया अनस सहज सुभाए, दर्शन परसै गुरु कै जन्म मरण दुख जाए। होवै सिफत कसम दे नूर अरसो पुरसों चटिया। तुध डिठे सच्चे पातशाह, मल जन्म जन्म दी कटिया। सतनाम श्री वाहे गुरु साहिब जी। तनासरी महला चौथा। कल जुग का धर्म कहो तुम भाई, किम छूटे हम छुटका के। हर हर जप बेड़ी हर दुल्हा, हर जप्यो तरह तरह की। कल जुग का धर्म कहो तुम भाई, किव छूटे हम छुटका की। हर हर जप बेड़ी हर दुल्हा, हर जप्यो तरह तरह की। हर जी लाज रखो हर जन की, हर हर जपन जपाओ अपना। हम मागे भगत एकाकी रहाओ। हर के सेवक से हर प्यारे, जिन जप्यो हर बचना की। लेखा चित्र गुप्त जो लिखिया, शब छूटी जम की बाकी। हर के संत जप्यो मन हर हर, लग संगत साध जना की। दिन अरसूर तृष्णा अगन बुझाने, सिर चरियो चांद चंदा की। तुम वड पुरख वड अगम अगोचर, तुम आपे आप अपाकी। जन नानक को प्रभ कृपा की जय, कर दासन दास दशा की। तुम वड पुरख वड अगम अगोचर, तुम आपे आप अपाकी। जन नानक को प्रभ कृपा की जय, कर दासन दास दशा की। वाहिगुरू जी का खालसा, वाहिगुरू जी की फतेह। प्यारिओ, ये जो पावन पवित्र बोल हुक्मनामा आप जियां ने सरवण कीता है, धन धन साहिब श्री गुरु रामदास पातशाह जियां दी पावन पवित्र दरबार सचखंड श्री हरमंदिर साहिब तो ये शब्द है जो 668 अंग ते धन धन साहिब श्री गुरु ग्रंथ साहिब महाराज जियां दे अंदर शोभायमान है।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਹੀ ਪਾਵਨ ਪਵਿੱਤਰ ਰਸਨਾ ਤੋਂ ਉਜਾਗਰ ਕੀਤਾ ਹੋਇਆ ਇਹ ਅੱਜ ਦਾ ਮੁੱਖ ਵਾਕ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰਾਂ ਦਾ ਸੰਦੇਸ਼ ਉਪਦੇਸ਼ ਜੋ ਆਪ ਜੀਆਂ ਨੇ ਸਰਵਣ ਕੀਤਾ ਹੈ। ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਧਨਾਸਰੀ ਮਹੱਲਾ ਚੌਥਾ। ਧਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਪਣੇ ਹੀ ਪਾਵਨ ਪਵਿੱਤਰ ਦਰਬਾਰ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਬੋਲ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਇਸ ਸ਼ਬਦ ਨੂੰ ਧਨਾਸਰੀ ਰਾਗ ਦੇ ਵਿੱਚ ਗਾਇਆ ਜਾਵੇ। ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਮ ਛੂਟੇ ਹਮ ਛੁਟਕਾ ਕੇ। ਇਹ ਕਲਯੁਗ ਦਾ ਜਿਹੜਾ ਸਮਾਂ ਹੈ ਸਤਿਗੁਰੂ ਜੀ ਪਿਆਰਿਓ, ਪਹਿਲੇ ਸਵਾਲ ਹੈ ਨਾਲ ਹੀ ਜਵਾਬ ਹੈ ਕਿ ਐ ਭਾਈ ਇਹ ਜਿਹੜਾ ਸਮਾਂ ਹੈ ਕਲਯੁਗ ਦਾ, ਕਿਹੜਾ ਧਰਮ ਕੀਤਾ ਜਾਵੇ, ਕਿਹੜਾ ਕਰਮ ਕੀਤਾ ਜਾਵੇ ਇਹ ਬਚਿਆ ਜਾ ਸਕਦਾ ਵਿਸ਼ੇ ਵਿਕਾਰਾਂ ਤੋਂ। ਇਹ ਕਲਯੁਗ ਦੇ ਸਮੇਂ ਤੋਂ ਬਚਿਆ ਜਾ ਸਕਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਤੋਂ ਬਚਣਾ, ਵਿਸ਼ਿਆਂ ਵਿਕਾਰਾਂ ਤੋਂ ਬਚਣਾ ਕਿਵੇਂ ਬਚਿਆ ਜਾ ਸਕਦਾ ਹੈ। ਇਸ ਦੇ ਵਿੱਚ ਕਿਹੜਾ ਧਰਮ ਕਰਮ ਕੀਤਾ ਜਾਵੇ ਤੇ ਫਿਰ ਬਚਿਆ ਜਾ ਸਕਦਾ ਹੈ। ਕੇਵਲ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੈ ਜਿਹੜਾ ਕਲਯੁਗ ਦੇ ਵਿੱਚ ਹੈ। ਕਲਯੁਗ ਵਿੱਚ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਤੇ ਕਲਯੁਗ ਦੇ ਵਿੱਚ ਇਤਨੀ ਮਹਾਨਤਾ ਦਿੱਤੀ ਹੈ ਨਾਮ ਨੂੰ ਕਿ ਜੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਏ। ਕਹਿੰਦੀ ਪਰਮੇਸ਼ਰ ਦਾ ਨਾਮ ਜਪ ਕੇ ਨਾਲ ਦੇ ਨਾਲ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਕਿਤਨੀ ਬਖਸ਼ਿਸ਼ ਹੈ, ਕਿਤਨੀ ਰਹਿਮਤ ਹੈ। ਸਤਿਗੁਰੂ ਪਹਿਲੋਂ ਸਵਾਲ ਕਰ ਰਹੇ ਤੇ ਨਾਲ ਹੀ ਫਿਰ ਜਵਾਬ ਹੈ। ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾ ਕੀ। ਕਹਿੰਦੇ ਹਰੀ ਦੇ ਨਾਮ ਦੀ ਬੇੜੀ ਤਿਆਰ ਕਰਨੀ ਹੈ, ਪਰਮੇਸ਼ਰ ਦੇ ਨਾਮ ਦੀ ਬੇੜੀ ਤਿਆਰ ਕਰਨੀ ਹੈ। ਬੇੜੀ ਪਿਆਰਿਓ ਸਮੇਂ ਦੇ ਨਾਲ ਹੀ ਤਿਆਰ ਕੀਤੀ ਜਾ ਸਕਦੀ ਹੈ। ਸਤਿਗੁਰਾਂ ਦੀ ਮੁਬਾਰਕ ਬਚਨ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਕਹਿੰਦੇ ਜੀ ਸਮੇਂ ਨਾਲ ਬੇੜਾ ਤਿਆਰ ਕਰ ਲਵੇਗਾ ਤੇ ਚੰਗਾ ਰਹੇਗਾ। ਜਦੋਂ ਕਹਿੰਦੇ ਵਿਸ਼ੇ ਵਿਕਾਰਾਂ ਨੇ ਉਛਾਲੇ ਮਾਰੇ ਫਿਰ ਬੜਾ ਔਖਾ ਹੋ ਜਾਵੇਗਾ। ਸੰਸਾਰ ਸਮੁੰਦਰ ਦੇ ਵਿੱਚ ਤਰਨਾ ਬੜਾ ਔਖਾ ਹੋ ਜਾਵੇਗਾ ਕਿ ਉਹ ਬੇੜਾ ਤਿਆਰ ਕਰ ਲੈ। ਬੰਧਨ ਦੀ ਵੇਲਾ ਹੈ। ਇਹ ਤੈਨੂੰ ਸਮਾਂ ਜਿਹੜਾ ਮਿਲਿਆ ਨਾ ਭਈ ਪ੍ਰਾਪਤ ਮਾਨੁਖ ਦੀ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੀ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾ। ਉਹ ਬੇੜਾ ਤਿਆਰ ਕਰਨਾ। ਹਰ ਹਰ ਜਪ ਬੇੜੀ ਹਰ ਤੁਲਹਾ, ਤੇ ਤੁਲਹਾ ਵੀ ਹਰੀ ਦੇ ਨਾਮ ਦਾ। ਹਰ ਜਪਿਓ ਤਰੈ ਤਰਾ ਕੀ, ਫਿਰ ਤੂੰ ਸੰਸਾਰ ਸਮੁੰਦਰ ਨੂੰ ਤਰ ਜਾਵੇਂਗਾ। ਜਦੋਂ ਤੂੰ ਹਰੀ ਦੇ ਨਾਮ ਦਾ ਬੇੜਾ ਤਿਆਰ ਕਰ ਲਵੇਂਗਾ, ਤੁਲਹਾ ਵੀ ਜੋ ਹੈ ਹਰੀ ਦੇ ਨਾਮ ਦਾ ਤਿਆਰ ਕਰ ਲਵੇਂਗਾ, ਫਿਰ ਤੂੰ ਸੰਸਾਰ ਸਮੁੰਦਰ ਨੂੰ ਤਰ ਜਾਵੇਂਗਾ, ਸਹਜੇ ਹੀ ਤਰ ਜਾਵੇਂਗਾ। ਪਿਆਰੋ ਜਿਹੜਾ ਵੀ ਪਰਮੇਸ਼ਰ ਦੇ ਨਾਲ ਜੁੜ ਗਿਆ ਉਸੇ ਦਾ ਪਾਰ ਉਤਾਰਾ ਹੋ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਿਆਰਿਓ ਮਰਦਾਨਾ ਕਹਿੰਦਾ ਮਹਾਰਾਜ ਮੈਂ ਚਾਹੁੰਦਾ ਕਿ ਰਟਨ ਕਰਦਿਆਂ 9 ਖੰਡ ਧਰਤੀ ਤੇ ਮੈਂ ਚਾਹੁੰਦਾ ਹਾਂ ਕਿ ਰਟਨ ਕੀਤਾ ਜਾਵੇ। ਕਹਿੰਦੇ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਠੀਕ ਹੈ ਮਰਦਾਨਿਆ। ਤੇ ਕਹਿੰਦੇ ਜਾ ਰਹੇ ਨੇ, ਤੁਰੇ ਜਾ ਰਹੇ। ਇੱਕ ਥਾਂ ਸਤਿਗੁਰੂ ਕੀ ਵੇਖਦੇ ਨੇ। ਮਰਦਾਨਾ ਕਹਿੰਦਾ ਮਹਾਰਾਜ ਅੱਜ ਜਿਸ ਜਗ੍ਹਾ ਤੇ ਅਸੀਂ ਆਏ ਹਾਂ ਇੱਥੇ ਤੇ ਮਨੁੱਖ ਜਾਤੀ ਕੋਈ ਦਿਸਦੀ ਨਹੀਂ, ਮਨੁੱਖ ਜਾਤੀ ਕੋਈ ਦਿਸਦੀ ਨਹੀਂ। ਇੱਥੇ ਤੇ ਸਾਰੇ ਪਤਾ ਨਹੀਂ ਹਜ਼ਾਰਾਂ ਦੇ ਹਿਸਾਬ ਦੇ ਨਾਲ, ਕਰੋੜਾਂ ਦੇ ਹਿਸਾਬ ਦੇ ਨਾਲ ਸ਼ੇਰ ਹੀ ਸ਼ੇਰ ਤੁਰੇ ਫਿਰਨ ਡਏ ਨੇ। ਕਹਿੰਦੇ ਮਰਦਾਨਿਆਂ ਇਸੇ ਕਰਕੇ ਅਸੀਂ ਆਏ ਹਾਂ, ਇਸੇ ਕਰਕੇ ਆਏ ਹਾਂ। ਮਰਦਾਨਿਆਂ ਉੱਚੀ ਸੁਰ ਦੇ ਵਿੱਚ ਸ਼ਬਦ ਗਾਇਨ ਕਰ, ਉੱਚੀ ਸੁਰ ਦੇ ਵਿੱਚ
ਸ਼ਬਦ ਗਾਇਨ ਕਰ ਰਬਾਬ ਨੂੰ ਛੇੜ ਤੇ ਉੱਚੀ ਸੁਰਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਗਾਇਨ ਕਰੀਏ। ਨਾਨਕ ਬੇੜੀ ਸੱਚ ਕੇ ਤਰੀਐ ਗੁਰ ਵਿਚਾਰ। ਇਕ ਆਵੇ ਇਕ ਜਾਵਹੀ ਪੂਰ ਪਰੇ ਅਹੰਕਾਰ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਸ਼ਬਦ ਗਾਇਨ ਹੋ ਰਿਹਾ ਪਿਆਰਿਓ। ਜੰਗਲ ਦਾ ਇਲਾਕਾ, ਪਤਾ ਨਹੀਂ ਕਿਤਨੇ ਕੁ ਸ਼ੇਰ ਆ ਕੇ ਦੁਆਲੇ ਦੁਆਲੇ ਬੈਠ ਗਏ, ਬਿਲਕੁਲ ਮੁਗਧ ਹੋ ਕਰਕੇ ਸ਼ਬਦ ਕੀਰਤਨ ਨੂੰ ਸਰਵਣ ਕਰ ਰਹੇ ਨੇ ਪਿਆਰਿਓ। ਜਦੋਂ ਗੁਰੂ ਬਾਬਾ ਆਪ ਕੀਰਤਨ ਕਰ ਰਿਹਾ ਹੋਵੇ, ਧੰਨ ਗੁਰੂ ਨਾਨਕ ਪਾਤਸ਼ਾਹ ਕੀਰਤਨ ਕਰ ਰਹੇ ਹੋਣ, ਮਰਦਾਨਾ ਰਬਾਬ ਛੇੜ ਰਿਹਾ ਹੋਵੇ, ਇਹ ਪਿਆਰਿਓ ਪਸ਼ੂ ਪਸ਼ੀ ਪੰਛੀ ਪਰਿੰਦੇ ਇਹ ਸਾਰੇ ਮੁਗਧ ਹੋਏ ਪਏ। ਦੁਆਲੇ ਦੁਆਲੇ ਸ਼ੇਰ ਬੈਠੇ ਹੋਏ, ਦੁਆਲੇ ਦੁਆਲੇ ਸ਼ੇਰ ਬੈਠੇ। ਨਾਨਕ ਪ੍ਰਕਾਸ਼ ਦਾ ਅਧਿਆਇ ਹੈ। ਜਦੋਂ ਬਾਬਾ ਨਾਨਕ ਸ਼ਬਦ ਗਾਇਨ ਕਰ ਰਹੇ ਨੇ, ਮਰਦਾਨਾ ਰਬਾਬ ਛੇੜ ਰਿਹਾ ਤੇ ਬਹੁਤ ਹੀ ਪ੍ਰੇਮ ਵਸ ਹੋ ਕੇ ਸ਼ਬਦ ਸਰਵਣ ਕਰ ਰਹੇ ਨੇ। ਜਦੋਂ ਸ਼ਬਦ ਦੀ ਸਮਾਪਤੀ ਹੋਈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਤੁਸੀਂ ਕੌਣ ਹੋ? ਤੁਸੀਂ ਕੌਣ ਹੋ? ਕਹਿੰਦੇ ਅਸੀਂ ਤਾਮਸੀ ਬਿਰਤੀ ਦੇ ਹਾਂ। ਤਾਮਸੀ ਬਿਰਤੀ ਤਮਾਂ ਵਾਲੀ ਬਿਰਤੀ। ਸ਼ੇਰ ਅਸੀਂ ਤਾਮਸੀ ਬਿਰਤੀ ਦੇ ਮਹਾਰਾਜ, ਪਤਾ ਨਹੀਂ ਕਿਹੜਾ ਕਰਮ ਕਰਕੇ ਇਹ ਸ਼ੇਰ ਦੀ ਜੋਨੀ ਪਾਈ ਹੈ, ਕਿਹੜਾ ਕਰਮ ਕੀਤਾ, ਕਿਉਂਕਿ ਬੋਲਣ ਦੀ ਸਮਰੱਥਾ ਮੇਰੇ ਧੰਨ ਗੁਰੂ ਨਾਨਕ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਤੇ ਬੋਲ ਕੇ ਦੱਸ ਰਹੇ ਨੇ ਮਹਾਰਾਜ ਇਹ ਤਾਮਸੀ ਬਿਰਤੀ ਸਾਨੂੰ ਪ੍ਰਾਪਤ ਹੋਈ ਹੈ, ਅਸੀਂ ਸ਼ੇਰ ਦੀ ਜੋਨੀ ਪਾਈ ਹੈ। ਫਿਰ ਕਹਿੰਦੇ ਤੁਸੀਂ ਖਾਂਦੇ ਕੀ ਹੋ? ਕਹਿੰਦੇ ਜੀ ਸਾਡਾ ਮਾਸ ਹੀ ਆਹਾਰ ਹੈ, ਮਾਸ ਹੀ ਸ਼ੇਰ ਦਾ ਆਹਾਰ ਹੈ, ਇਹੀਓ ਅਸੀਂ ਖਾਂਦੇ। ਪਰ ਹੁਣ ਤੇ ਕਹਿੰਦੇ ਇਸ ਇਲਾਕੇ ਦੇ ਵਿੱਚ 100 ਕੋਹ ਤੋਂ ਦੂਰ ਤੱਕ ਕਹਿੰਦੇ ਕੋਈ ਜਾਨਵਰ ਨਹੀਂ ਰਹਿ ਗਿਆ, ਕੋਈ ਪੰਛੀ ਨਹੀਂ ਰਹਿ ਗਿਆ ਸਾਡੇ ਖਾਣ ਵਾਸਤੇ, ਕੇਵਲ ਅਸੀਂ ਸਾਰੇ ਸ਼ੇਰ ਹੀ ਹਾਂ। ਸ਼ੇਰ ਹੀ ਤੁਰੇ ਫਿਰਦੇ ਹਾਂ। ਇੱਥੇ ਦੂਸਰੀ ਜਾਤੀ ਕੋਈ ਦਿਖਾਈ ਨਹੀਂ ਦਿੰਦੀ, ਖਤਮ ਕਰ ਦਿੱਤੀ ਅਸੀਂ ਸਾਰਿਆਂ ਨੂੰ, ਅਸੀਂ ਖਤਮ ਕਰ ਦਿੱਤਾ। ਬਹੁਤ ਦੂਰ ਦੂਰ ਤੱਕ ਵੀ ਕਹਿੰਦੇ ਇੱਥੇ ਤੁਹਾਨੂੰ ਕੋਈ ਹੋਰ ਜਾਨਵਰ ਨਹੀਂ ਦਿਖਾਈ ਦੇਵੇਗਾ, ਕੋਈ ਪੰਛੀ ਨਹੀਂ ਦਿਖਾਈ ਦੇਵੇਗਾ ਲਾਗੇ ਲਾਗੇ। ਫਿਰ ਹੁਣ ਕਹਿੰਦੇ ਕੀ ਕਰਦੇ? ਕਹਿੰਦੇ ਮਹਾਰਾਜ ਹੁਣ ਤੇ ਸਾਰੇ ਜਾਨਵਰ ਹੀ ਖਤਮ ਹੋ ਗਏ, ਹੁਣ ਅਸੀਂ ਕੀ ਕਰਦੇ ਆ ਕਿ ਭੁੱਖ ਦੇ ਕਰਕੇ ਸਾਡੇ ਵਿੱਚੋਂ ਜਿਹੜਾ ਸ਼ੇਰ ਸੌਂ ਜਾਂਦਾ ਉਸ ਦਾ ਅਸੀਂ ਆਹਾਰ ਕਰ ਲੈਂਦੇ। ਇਹ ਸਾਰੇ ਕਹਿੰਦੇ ਅਸੀਂ ਜਾਗਦੇ ਹੀ ਰਹਿੰਦੇ ਹਾਂ। ਅਸੀਂ ਜਾਗਦੇ ਇਸੇ ਕਰਕੇ ਰਹਿੰਦੇ ਹਾਂ ਕਿ ਜਿਹੜਾ ਸੌਂ ਗਿਆ ਉਸੇ ਨੂੰ ਮਾਰ ਕੇ ਖਾ ਲਈਦਾ। ਕਹਿੰਦੇ ਇਹ ਸਾਡਾ ਆਹਾਰ ਹੈ, ਇਹ ਸਾਡੀ ਮੁਕਤੀ ਕਰੋ ਮਹਾਰਾਜ ਇਹ ਤਾਮਸੀ ਬਿਰਤੀ ਤੋਂ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕਿ ਤੁਹਾਡਾ ਉਧਾਰ ਹੋ ਜਾਵੇਗਾ, ਤੁਹਾਡਾ ਉਧਾਰ ਹੋ ਜਾਵੇਗਾ। ਵਾਹਿਗੁਰੂ ਦਾ ਨਾਮ ਜਪੋ। ਤੁਸੀਂ ਜੋ ਨਾਮ ਸੁਣਿਆ ਹੈ, ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਤੁਸੀਂ ਹੁਣ ਮੁਕਤ ਹੋ ਜਾਵੋਗੇ। ਤੇ ਤੁਹਾਡਾ ਜਿਹੜਾ ਜਨਮ ਹੈ ਸਿੱਖੀ ਦੇ ਵਿੱਚ ਹੋਵੇਗਾ, ਸਿੱਖੀ ਦੇ ਵਿੱਚ ਹੋ ਕਰਕੇ ਤੁਸੀਂ ਮੁਕਤ ਹੋਵੋਗੇ, ਤੁਹਾਡੀ ਮੁਕਤੀ ਹੋ ਜਾਵੇਗੀ। ਤੁਹਾਨੂੰ ਸਿੱਖਾਂ ਦੀ ਘਰ ਦੇ ਵਿੱਚ ਜਨਮ ਮਿਲੇਗਾ ਤੇ ਮੁਕਤ ਹੋ ਜਾਵੋਗੇ। ਇਥੋਂ ਮੇਰੇ ਦੀਨ ਦੁਨੀ ਦੇ ਮਾਲਕ ਇਹਨਾਂ ਸ਼ੇਰਾਂ ਨੂੰ ਉਪਦੇਸ਼ ਕਰਕੇ ਵੇਖੋ ਪਿਆਰਿਓ, ਇੱਕ ਤੇ ਮਨੁੱਖ ਨੇ ਉਹਨਾਂ ਨੂੰ ਤਾਰ ਰਹੇ ਨੇ, ਜਿਹੜੇ ਜਾਨਵਰ ਨੇ ਉਹਨਾਂ ਨੂੰ ਵੀ ਤਾਰ ਰਹੇ ਨੇ, ਪਸ਼ੂ ਪਰਿੰਦੇ ਸਾਰਿਆਂ ਨੂੰ ਤਾਰ ਰਹੇ। ਮੇਰੇ ਨਾਰਾਇਣ ਰੂਪ ਜਿੱਥੇ ਜਿੱਥੇ ਵੀ ਦ੍ਰਿਸ਼ਟੀ ਦੇ ਨਾਲ ਵੇਖ ਰਹੇ ਨੇ ਉੱਥੇ ਉੱਥੇ ਤਾਰੀ ਚਲੇ ਜਾ ਰਹੇ। ਹੁਣ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਮਰਦਾਨਾ ਦੇ ਨਾਲ ਵਾਲਾ ਪਿਆਰਿਓ ਜਦੋਂ ਗਏ ਨੇ, ਅੱਗੇ ਇੱਕ ਬਹੁਤ ਉੱਚਾ ਪਰਬਤ ਹੈ, ਬਹੁਤ ਇੱਕ ਉੱਚਾ ਪਰਬਤ, ਕਾਫੀ ਦੂਰੀ ਤੇ ਉੱਥੇ ਪਹੁੰਚ ਗਏ। ਜਿਸ ਵੇਲੇ ਉੱਥੇ ਪਹੁੰਚੇ ਤੇ ਉੱਥੇ ਦੇ ਲੋਕ ਕਹਿੰਦੇ ਮਹਾਰਾਜ ਇੱਥੇ ਤੁਸੀਂ ਕਿਵੇਂ ਆਏ? ਇੱਥੇ ਤੱਕ ਤੇ ਕੋਈ ਪਹੁੰਚ ਹੀ ਨਹੀਂ ਸਕਦਾ, ਇੱਥੇ ਤੱਕ ਕੋਈ ਵੀ ਪਹੁੰਚ ਨਹੀਂ ਸਕਦਾ। ਆਹ ਜਿਹੜੇ ਜੰਗਲ ਦੇ ਵਿੱਚ ਤੁਸੀਂ ਲੰਘ ਕੇ ਆਏ ਹੋ, ਇਹਦੇ ਵਿੱਚ ਸ਼ੇਰ ਰਹਿੰਦੇ ਹਨ, ਬੜੀ ਦੂਰ ਦੂਰ ਤੱਕ, ਗੋਹਾਂ ਤੱਕ ਇਹਨਾਂ ਨੇ ਛੱਡਿਆ ਕੁਝ ਨਹੀਂ।
ਹੁਣ ਇਹ ਉੱਚੀ ਜਗ੍ਹਾ ਤੇ ਅਸੀਂ ਇਸ ਕਰਕੇ ਰਹਿੰਦੇ ਹਾਂ, ਇਸ ਪਰਬਤ ਦੇ ਉੱਤੇ ਸਾਡਾ ਪਿੰਡ ਵਸਾਇਆ ਹੋਇਆ, ਇਸ ਕਰਕੇ ਇੱਥੇ ਹੀ ਰਹਿੰਦੇ ਆ ਕਿ ਜਦੋਂ ਸ਼ੇਰ ਆਉਂਦੇ ਨੇ ਉੱਤੋਂ ਪੱਥਰ ਮਾਰਦੇ ਹਾਂ, ਉੱਪਰੋਂ ਵਾਰ ਕਰਦੇ ਹਾਂ ਤੇ ਸ਼ੇਰ ਭੱਜ ਜਾਂਦੇ ਨੇ, ਇੱਥੇ ਆ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਖਾਣ ਵਾਸਤੇ ਵੀ ਹੋਰ ਕੁਝ ਨਹੀਂ। ਅਸੀਂ ਹੁਣ ਇੱਥੇ ਹੀ ਰਹਿੰਦੇ ਹਾਂ ਤੇ ਮਹਾਰਾਜ ਤੁਸੀਂ ਆਏ ਕਿਵੇਂ? ਕਹਿੰਦੇ ਉਹਨਾਂ ਦਾ ਹੀ ਉਧਾਰ ਕਰਕੇ ਅਸੀਂ ਆ ਰਹੇ ਹਾਂ, ਉਹਨਾਂ ਸ਼ੇਰਾਂ ਦਾ ਉਧਾਰ ਕਰਕੇ ਆ ਰਹੇ ਹਾਂ। ਉਹ ਤੁਹਾਨੂੰ ਹੁਣ ਕੁਝ ਨਹੀਂ ਕਹਿਣਗੇ, ਉਹ ਸਾਰੇ ਖਤਮ ਹੋ ਜਾਣਗੇ, ਉਹ ਮੁਕਤ ਹੋ ਜਾਣਗੇ ਸਾਰੇ। ਇਹ ਤੁਸੀਂ ਕੀ ਕਰਦੇ? ਮਹਾਰਾਜ ਅਸੀਂ ਤਾਂ ਕੁਝ ਵੀ ਨਹੀਂ ਕਰਦੇ। ਫਿਰ ਕਹਿੰਦੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਆ ਕਰੋ, ਧਰਮਸ਼ਾਲਾ ਬਣਾਓ, ਇੱਥੇ ਕੀਰਤਨ ਕਰਿਆ ਕਰੋ ਤੇ ਤੁਹਾਡਾ ਵੀ ਪਾਰ ਉਤਾਰਾ ਹੋਵੇਗਾ, ਤੁਸੀਂ ਵੀ ਸੰਸਾਰ ਸਾਗਰ ਤੋਂ ਤਰ ਜਾਓਗੇ। ਤੇ ਸਤਿਗੁਰੂ ਕਹਿ ਰਹੇ ਨੇ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੱਕੋ ਇੱਕ ਕਲਯੁਗ ਦੇ ਵਿੱਚ ਜਰੀਆ ਹੈ। ਕਹਿੰਦੇ ਹਰ ਹਰ ਜਪ ਬੇੜੀ ਹਰ ਤੁਲਹਾ, ਕਹਿੰਦੇ ਹਰੀ ਦੇ ਨਾਮ ਦੀ ਬੇੜੀ ਤਿਆਰ ਕਰ ਲਓ ਤੇ ਜਿਹੜਾ ਤੁਲਹਾ ਹੈ ਪਿਆਰੇ ਚੱਪੂ ਲਾਉਣਾ ਉਹ ਵੀ ਹਰੀ ਦੇ ਨਾਮ ਦਾ, ਫਿਰ ਸੰਸਾਰ ਸਮੁੰਦਰ ਤੋਂ ਤੁਸੀਂ ਪਾਰ ਕਰ ਜਾਓਗੇ, ਸਹਿਜੇ ਹੀ ਤੁਹਾਡਾ ਉਧਾਰ ਹੋ ਜਾਵੇਗਾ, ਤੁਸੀਂ ਪਾਰ ਹੋ ਜਾਓਗੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਦੇ ਵਿੱਚ ਇੱਕ ਰਾਜਾ ਆਇਆ, ਆ ਕਰਕੇ ਮੱਥਾ ਟੇਕਿਆ, ਚਰਨਾਂ ਨੂੰ ਹੱਥ ਲਾ ਕਰਕੇ ਤੇ ਲਾਗੇ ਬੈਠ ਗਿਆ ਤੇ ਗੱਲ ਚੱਲ ਰਹੀ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰਾਜਾ ਜੋ ਤੁਸੀਂ ਸਾਨੂੰ ਸਮਝ ਰਹੇ ਹੋ ਨਾ, ਅਸੀਂ ਉਹ ਨਹੀਂ ਹਾਂ, ਆਹ ਜਿਹੜਾ ਸਾਡਾ ਸਰੀਰ ਤੁਸੀਂ ਸਮਝ ਰਹੇ ਹੋ ਇਹ ਸਾਡਾ ਸਰੀਰ ਨਹੀਂ। ਕਹਿੰਦੇ ਮਹਾਰਾਜ ਮੈਂ ਤੁਹਾਡੇ ਚਰਨਾਂ ਨੂੰ ਸਪਰਸ਼ ਕੀਤਾ ਤੇ ਮੈਨੂੰ ਪਤਾ ਲੱਗ ਰਿਹਾ, ਤੁਹਾਨੂੰ ਵੀ ਪਤਾ ਲੱਗ ਰਿਹਾ ਕਿ ਮੈਂ ਤੁਹਾਡੇ ਚਰਨਾਂ ਨੂੰ ਸਪਰਸ਼ ਕੀਤਾ ਹੈ। ਕਹਿੰਦੇ ਰਾਜਨ ਇਹ ਵੀ ਇੱਕ ਮਾਇਆ ਦਾ ਖੇਡ ਹੈ, ਇਹ ਇੱਕ ਮਾਇਆ ਦਾ ਖੇਡ ਹੈ। ਕਹਿੰਦੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਝਾਉਣਾ ਸੀ ਪਿਆਰਿਓ। ਕਹਿੰਦੇ ਇਹ ਜੇ ਤੁਸੀਂ ਜੋ ਵੀ ਤੱਕ ਰਹੇ ਹੋ ਇਹ ਕੁਝ ਹੈ ਨਹੀਂ, ਜੋ ਤੁਸੀਂ ਵੇਖ ਰਹੇ ਹੋ ਇਹ ਕੁਝ ਹੈ ਨਹੀਂ, ਇਹ ਮਾਇਆਵਾਦੀ ਸਾਰਾ ਸੰਸਾਰ ਹੈ। ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਵੇਖੋ ਤਾਰ ਦੇ ਉੱਤੇ ਇੱਕ ਸਾਡਾ ਪਰਣਾ ਪਿਆ ਹੋਇਆ, ਤਾਰ ਦੇ ਉੱਤੇ ਇੱਕ ਪਰਣਾ ਸਾਡਾ ਪਿਆ ਹੋਇਆ, ਕਹਿੰਦੇ ਉਹ ਚੱਕ ਕੇ ਲਿਆਓ। ਰਾਜੇ ਨੂੰ ਚੁੱਕ ਕੇ ਲਿਆਂਦਾ। ਰਾਜੇ ਨੂੰ ਸਤਿਗੁਰੂ ਜੀ ਕਹਿੰਦੇ ਕਿ ਸਾਡੇ ਲੱਕ ਦੇ ਦੁਆਲੇ ਇਸ ਨੂੰ ਬੰਨ੍ਹ ਦੇ, ਸਾਡੇ ਲੱਕ ਦੇ ਦੁਆਲੇ ਇਸ ਪਰਨੇ ਨੂੰ ਬੰਨ੍ਹ ਦੇ। ਜਿਸ ਵੇਲੇ ਰਾਜਾ ਲੱਕ ਨੂੰ ਪਰਨਾ ਪਾਉਂਦਾ ਤੇ ਗੰਢ ਮਾਰਦਾ, ਸਰੀਰ ਵਿੱਚ ਹੁੰਦਾ ਹੀ ਕੋਈ, ਸਰੀਰ ਵਿੱਚ ਆਉਂਦਾ ਕੋਈ ਨਹੀਂ। ਉਹ ਕੱਪੜੇ ਨੂੰ ਗੰਢ ਤੇ ਵੱਜ ਜਾਂਦੀ ਆ, ਪਰਨੇ ਨੂੰ ਗੰਢ ਵੱਜ ਜਾਂਦੀ ਆ, ਪਰ ਸਰੀਰ ਵਿੱਚ ਆਉਂਦਾ ਕੋਈ ਨਹੀਂ। ਕਹਿੰਦੇ ਰਾਜਾ ਤੁਸੀਂ ਸਾਡੇ ਲੱਕ ਨੂੰ ਗੰਢ ਕਿਉਂ ਨਹੀਂ ਮਾਰਦੇ? ਇਹ ਪਰਨਾ ਵਲ ਕੇ ਕਹਿੰਦੀ ਤੁਹਾਡੇ ਸਾਹਮਣੇ ਸਤਿਗੁਰੂ ਜੀ ਮੈਂ ਵਲ ਮਾਰਦਾ ਹਾਂ, ਤੁਹਾਡੇ ਲੱਕ ਦੀ ਦੁਆਰੇ ਲਪੇਟਾ ਮਾਰਦਾ ਹਾਂ, ਪਰ ਜਦੋਂ ਗੰਢ ਮਾਰਦਾ ਤੁਹਾਡਾ ਸਰੀਰ ਵਿੱਚ ਹੁੰਦਾ ਕੋਈ। ਯਾਰੋ ਇਸੇ ਤਰ੍ਹਾਂ ਹੀ ਉਦੋਂ ਹੋਇਆ ਸੀ ਜਦੋਂ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਖੰਡ ਨੂੰ ਜਾ ਰਹੇ ਸਨ, ਤੇ ਉਸ ਵੇਲੇ ਸਿੱਖਾਂ ਦੀ ਹਾਲਤ ਜਿਹੜੀ ਬੜੀ ਵੈਰਾਗ ਦੇ ਵਿੱਚ ਸੀ। ਸਿੱਖਾਂ ਦੀ ਹਾਲਤ ਬੜੀ ਵੈਰਾਗ ਦੇ ਵਿੱਚ ਹੀ। ਭਾਈ ਸੰਤੋਖ ਸਿੰਘ ਜੀ ਪਿਆਰੇ ਉੱਤੇ ਸੰਤੋਖ ਸਿੰਘ ਜੀ ਕਵੀ ਹੋਏ ਨੇ, ਇਹ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਸਮਕਾਲੀ ਹੋਏ ਨੇ। ਭਾਈ ਸੰਤੋਖ ਸਿੰਘ ਜੀ ਤੇ ਹੋਰ ਗੁਰਸਿੱਖ ਬੜਾ ਬਿਰਹਾ ਕਰ ਰਹੇ ਨੇ, ਬਹੁਤ ਬਿਰਹਾ ਕਰ ਰਹੇ ਨੇ। ਸਿੱਖਾਂ ਨੇ ਸਲਾਹ ਕੀਤੀ ਇਹ ਪਿਆਰਿਓ ਪਿਆਰ ਵਸ ਹੋ ਕਰਕੇ, ਵੈਰਾਗ ਸੀ ਨਾ ਮਨ ਅੰਦਰ। ਕਹਿੰਦੇ ਮਹਾਰਾਜ ਤੁਹਾਡੀ ਹਾਲੀ 42 ਸਾਲ ਦੀ ਉਮਰ, ਨਵਾਂ ਨਰੋਆ ਤੁਹਾਡਾ ਸਰੀਰ, ਤਾਕਤਵਰ ਤੁਹਾਡਾ ਸਰੀਰ ਹੈ, ਪਰ ਤੁਸੀਂ ਹਾਲੀ ਕਿਉਂ ਜਾ ਰਹੇ? ਹਾਲੀ ਨਾ ਜਾਓ। ਇਹ ਸਤਿਗੁਰੂ ਕਹਿੰਦੀ ਸਿੱਖੋ ਮੈਂ ਕੋਈ ਜਾ ਥੋੜਾ ਰਿਹਾ, ਤੁਹਾਡੇ ਕੋਲੋਂ ਜਾ ਥੋੜਾ ਰਿਹਾ। ਕਹਿੰਦੇ ਮਹਾਰਾਜ ਜਾਈ ਤੇਰੀ? ਕਹਿੰਦੇ ਨਹੀਂ। ਕਹਿੰਦੇ ਆਹ ਜਿਹੜਾ ਤੁਸੀਂ ਸਾਡਾ ਸਰੀਰ ਸਮਝਦੇ ਹੋ, ਅਸੀਂ ਇਹ ਸਰੀਰ ਨਹੀਂ ਆ, ਇਹ ਸਰੀਰ ਨਹੀਂ ਆ। ਤੇ ਪਿਆਰੋ ਬੇਬਲ ਹੋਏ ਸਿੱਖ ਵੈਰਾਗ ਦੇ ਵਿੱਚ, ਵੈਰਾਗ ਸੀ ਨਾ ਮਨ ਅੰਦਰ ਬਹੁਤ ਜ਼ਿਆਦਾ, ਵੈਰਾਗ ਦੇ ਕਰਕੇ ਭਾਈ ਸੰਤੋਖ ਸਿੰਘ ਹੋਣਾ ਨੇ ਲੱਤਾਂ ਨੂੰ ਜੱਫਾ ਮਾਰਿਆ। ਜਦੋਂ ਲੱਤਾਂ ਨੂੰ ਜੱਫਾ ਮਾਰਦੇ ਤੇ ਲੱਤਾਂ ਵਿੱਚ ਆਉਂਦੀਆਂ ਕੋਈ ਨਹੀਂ ਸਤਿਗੁਰਾਂ ਦੀ, ਸਰੀਰ ਨੂੰ ਜੱਫਾ ਮਾਰਨ ਦਾ ਯਤਨ ਕਰਦੇ ਨੇ ਤੇ ਗੁਰੂ ਮਹਾਰਾਜ ਮੁਸਕਰਾ ਰਹੇ ਨੇ। ਕਹਿੰਦੇ ਭਾਈ ਸੰਤੋਖ ਸਿੰਘ ਜੀ ਤੁਸੀਂ ਡੱਕ ਸਕਦੇ ਹੋ ਸਾਨੂੰ, ਤੁਸੀਂ ਡੱਕ ਸਕਦੇ ਹੋ? ਕਹਿੰਦੇ ਮਹਾਰਾਜ
ਅਸੀਂ ਜੱਫਾ ਮਾਰਨ ਦਾ ਯਤਨ ਕਰਦੇ ਹਾਂ, ਫੜਨ ਦਾ ਯਤਨ ਕਰਦੇ ਹਾਂ, ਤੁਹਾਡਾ ਸਰੀਰ ਵਿੱਚ ਆਉਂਦਾ ਹੀ ਕੋਈ ਨਹੀਂ, ਤੁਹਾਡਾ ਸਰੀਰ ਵਿੱਚ ਆਉਂਦਾ ਹੀ ਕੋਈ ਨਹੀਂ। ਸਤਿਗੁਰਾਂ ਨੇ ਤੇ ਇਹ ਗੱਲ ਕਹਿ ਦਿੱਤੀ ਨਾ, ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਸਾਡਾ ਸਰੀਰ ਹੋਵੇਗਾ, ਗੁਰੂ ਗ੍ਰੰਥ, ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੂਝ ਹੈ, ਖੋਜ ਸ਼ਬਦ ਮੇਲੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲੇਗੇ, ਬਚੇ ਸ਼ਰਨ ਜੋ ਹੋਏ। ਤੁਸੀਂ ਸ਼ਬਦ ਦੇ ਨਾਲ ਜੁੜਨਾ ਹੈ, ਸਾਡੇ ਸਰੀਰਾਂ ਦੇ ਨਾਲ ਨਹੀਂ ਜੁੜਨਾ। ਕਹਿੰਦੇ ਸਰੀਰ ਸਰਬ ਸਮੇਂ ਨਹੀਂ ਹੋ ਸਕਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਸਤਿਗੁਰ ਕੇ ਸਰੀਰ ਹੈ ਜੋ, ਕਹਿੰਦੇ ਸਾਰਿਆਂ ਸਮਿਆਂ ਦੇ ਵਿੱਚ ਨਹੀਂ ਹੋ ਸਕਦਾ। ਸਰੀਰ ਤੇ ਇੱਕ ਦਿਨ ਜਾਣਾ ਹੈ, ਜੋ ਸ਼ਬਦ ਹੈ ਉਹ ਸਦੀਵ ਕਾਲ ਵਾਸਤੇ ਤੁਹਾਡੇ ਨਾਲ ਰਹੇਗਾ। ਸ਼ਬਦ ਦਾ ਜਾਪ ਕਰਨਾ, ਤੇ ਸਤਿਗੁਰੂ ਇੱਥੇ ਇਹ ਗੱਲ ਕਹਿ ਰਹੇ ਨੇ ਚੌਥੇ ਨਾਨਕ, ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ। ਹਰੀ ਦੇ ਨਾਮ ਦਾ ਬੀੜਾ ਤਿਆਰ ਕਰ ਲਓ। ਤੁਲਹਾ ਵੀ ਜਿਹੜਾ ਚੱਕੂ ਲਾਉਣਾ ਉਹ ਵੀ ਪਰਮੇਸ਼ਰ ਦੇ ਨਾਮ ਦਾ, ਹਰ ਜਪਿਓ ਤਰੈ ਤਰਾਕੀ। ਸੰਸਾਰ ਸਮੁੰਦਰ ਤੋਂ ਤੁਸੀਂ ਪਾਰ ਹੋ ਜਾਓਗੇ। ਪਿਆਰੇ ਸੰਤ ਬਾਬਾ ਆਨੰਦ ਸਿੰਘ ਹੁਣਾਂ ਦੇ ਕੋਲ ਇੱਕ ਵਾਰੀ ਨਾ ਭਾਈ ਗੁਰਦਿੱਤ ਸਿੰਘ ਹੁਣੀ ਆਏ। ਭਾਈ ਗੁਰਦਿੱਤ ਸਿੰਘ ਹੁਣੀ ਜੀ ਆਏ ਤੇ ਭਾਈ ਗੁਰਦਿੱਤ ਸਿੰਘ ਹੁਣਾਂ ਨੂੰ ਮਹਾਂਪੁਰਸ਼ ਕਹਿੰਦੇ, ਬੰਦਗੀ ਵਾਲੀਆਂ ਰੂਹਾਂ ਪਿਆਰਿਆਂ ਦੂਸਰਿਆਂ ਨੂੰ ਬੰਦਗੀ ਦੇ ਨਾਲ ਜੋੜ ਦਿੰਦੀਆਂ ਨੇ। ਭਾਵੇਂ ਸੰਸਾਰ ਦੇ ਵਿੱਚ ਪ੍ਰਭੂ ਦੇ ਪਿਆਰਿਆਂ ਦੀ, ਬੰਦਗੀ ਵਾਲਿਆਂ ਦੀ ਬਹੁਤ ਲੋਕ ਨਿੰਦਿਆ ਕਰਦੇ ਨੇ। ਪਿਆਰੇ ਉੱਥੋਂ ਤੱਕ ਪਹੁੰਚਣਾ ਬੜਾ ਔਖਾ ਹੁੰਦਾ। ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਨੇ ਕਮਾਈ ਕੀਤੀ, ਉੱਥੋਂ ਤੱਕ ਪਹੁੰਚਣਾ ਬਹੁਤ ਔਖਾ। ਨਿੰਦਿਆ ਕਰਨੀ ਤਾਂ ਬੜੀ ਸੌਖੀ ਹੈ। ਨਿੰਦਿਆ ਤੇ ਕਿਸੇ ਦੀ ਵੀ ਕੀਤੀ ਜਾ ਸਕਦੀ ਹੈ, ਕਿਸੇ ਦਾ ਮੂੰਹ ਥੋੜਾ ਫੜਨਾ ਹੈ। ਸੰਤ ਬਾਬਾ ਆਨੰਦ ਸਿੰਘ ਹੋਣਾ ਦੇ ਕੋਲ ਭਾਈ ਗੁਰਦਿੱਤ ਸਿੰਘ ਹੁਣੀ ਆਏ ਤੇ ਕਹਿੰਦੀ, ਗੁਰਦਿੱਤ ਸਿੰਘ ਜੀ ਤੁਸੀਂ ਕੀ ਕਰਦੇ ਹੋ? ਨਿਤਨੇਮ ਕਰਦੇ ਹੋ? ਕਹਿੰਦੀ ਬਾਬਾ ਜੀ ਨਹੀਂ, ਨਿਤਨੇਮ ਤੇ ਹੁੰਦਾ ਕੋਈ ਨਹੀਂ, ਜਪਜੀ ਸਾਹਿਬ ਕਰ ਲਈਦਾ। ਕਹਿੰਦੀ ਹੋਰ ਕੋਈ ਜਾਪ ਕਰਦੇ ਹੋ? ਕਹਿੰਦੇ ਨਹੀਂ, ਜਾਪ ਤੇ ਕੋਈ ਨਹੀਂ ਹੁੰਦਾ, ਕੇਵਲ ਜਪਜੀ ਸਾਹਿਬ, ਉਹ ਵੀ ਜੇ ਕਿਧਰੇ ਹੋ ਜਾਵੇ ਤੇ ਤਾਂ। ਕਹਿੰਦੀ ਅੰਮ੍ਰਿਤ ਤੁਸੀਂ ਛਕਿਆ ਹੋਇਆ? ਕਹਿੰਦੀ ਅੰਮ੍ਰਿਤ ਵੀ ਨਹੀਂ ਛਕਿਆ। ਤੇ ਬਾਬਾ ਜੀ ਕਹਿੰਦੀ ਤਾੜਨਾ ਕਰਕੇ ਫਿਰ ਇੱਥੇ ਕੀ ਲੈਣ ਵਾਸਤੇ ਆਏ ਹੋ? ਫਿਰ ਕਹਿੰਦੇ ਇੱਥੇ ਕੀ ਲੈਣ ਵਾਸਤੇ ਆਏ ਹੋ? ਬਾਣੀ ਤੁਸੀਂ ਨਹੀਂ ਪੜ੍ਹਦੇ, ਜਾਪ ਤੁਸੀਂ ਨਹੀਂ ਕਰਦੇ, ਅੰਮ੍ਰਿਤ ਤੁਸੀਂ ਨਹੀਂ ਛਕਿਆ ਹੋਇਆ, ਤੇ ਇੱਥੇ ਕੀ ਕਰਨ ਵਾਸਤੇ ਫਿਰ ਆਉਂਦੇ ਹੋ? ਇੱਥੇ ਕੀ ਕਰਨ ਵਾਸਤੇ ਆਏ? ਜਾਓ ਫਿਰ। ਕਹਿੰਦੀ ਜੇ ਤੁਸੀਂ ਬਾਣੀ ਵੀ ਨਹੀਂ ਪੜ੍ਹਨੀ, ਜਾਪ ਵੀ ਨਹੀਂ ਕਰਨਾ, ਅੰਮ੍ਰਿਤ ਤੁਸੀਂ ਨਹੀਂ ਛਕਿਆ, ਗੁਰੂ ਦੇ ਤੁਸੀਂ ਬਣੇ ਕੋਈ ਨਹੀਂ। ਜਿਹੜਾ ਗੁਰੂ ਦਾ ਨਹੀਂ ਬਣਿਆ ਉਹ ਹੋਰ ਕਿਸੇ ਦਾ ਕੀ ਬਣ ਸਕਦਾ? ਤੇ ਹੱਥ ਜੋੜ ਕੇ ਆਖਣ ਲੱਗੇ ਭਾਈ ਗੁਰਦਿੱਤ ਸਿੰਘ ਹੋਣੀ, ਬਾਬਾ ਜੀ ਕਿਰਪਾ ਕਰੋ, ਜੋ ਤੁਸੀਂ ਆਖੋਗੇ ਮੈਂ ਉਹੀਓ ਕਰਾਂਗਾ। ਕਹਿੰਦੇ ਫਿਰ ਘੱਟੋ ਘੱਟ ਤੂੰ ਇਹ ਕੰਮ ਕਰਨਾ, 2.5 ਘੰਟੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨਾ। ਆਪਣੇ ਨਿਤਨੇਮ ਤੋਂ ਇਲਾਵਾ ਅੰਮ੍ਰਿਤ ਵੀ ਛਕਣਾ ਹੈ, ਆਪਣੇ ਨਿਤਨੇਮ ਤੋਂ ਇਲਾਵਾ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ ਹੈ। ਜਿਤਨੀਆਂ ਵੀ ਮਾਲਾ ਹੋਣ ਉਤਨੀਆਂ ਕਰ ਲੈਣੀਆਂ, ਘੱਟੋ ਘੱਟ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ ਹੈ। ਹੁਣ ਕਹਿੰਦੀ ਠੀਕ ਹੈ ਬਾਬਾ ਜੀ, ਹੱਥ ਜੋੜ ਕੇ ਚਲਿਆ ਗਿਆ, ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਗਿਆ। ਪਿਆਰੇ ਜਾ ਕਰਕੇ ਇਸਨੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਕਰਦਿਆਂ ਜਿਸ ਵੇਲੇ ਇਹਦੇ ਮਨ ਦੇ ਵਿੱਚ ਇਹ ਗੱਲ ਆਈ, ਇਹਦੇ ਮਹਾਂਪੁਰਸ਼ਾਂ ਨੇ ਇਹ ਗੱਲ ਆਖੀ ਹੈ ਕਿ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ, ਨਿਤਨੇਮ ਵੀ ਕਰਨਾ ਹੈ, ਅੰਮ੍ਰਿਤ ਵੀ ਛਕਣਾ ਹੈ। ਕਹਿੰਦੀ ਇਹ ਤੇ ਅੱਗੇ ਦੇ ਵਾਸਤੇ ਆ, ਇਹ ਤੇ ਅੱਗੇ ਦੇ ਵਾਸਤੇ ਹੈ। ਜਿਹੜਾ ਮੇਰਾ ਪਿਛਲਾ ਜਨਮ ਨਿਕਲ ਗਿਆ ਉਹ ਤੇ ਮੇਰਾ ਸਾਰਾ ਵਿਅਰਥ ਹੀ ਚਲਿਆ ਗਿਆ, ਤੇ ਉਸ ਵਾਸਤੇ ਵੀ ਕੁਝ ਕਰ ਲਵਾਂ। ਪਿਆਰੇ ਲੱਗ ਗਈ ਜੇ ਪਰਮੇਸ਼ਰ ਦੇ ਪਿਆਰੇ ਜੋੜ ਦਿੰਦੇ ਨੇ ਕਿਸੇ ਜੁਗਤੀ ਦੇ ਨਾਲ। ਹੁਣ ਜੋੜਿਆ ਤੇ ਇਹ ਸੀ ਕਿ ਤੂੰ 2.5 ਘੰਟੇ ਜਾਪ ਕਰਨਾ। ਭਾਈ ਗੁਰਦਿੱਤ ਸਿੰਘ ਹੋਣੀ ਪਿਆਰਿਓ ਜਿਉਂ ਲੱਗੀ,
उन्होंने रोज दियाँ 32 माला करनी। 32 माला मूल मंत्र दियाँ रोज करनिया प्यारो, कितना समा भी लग जाता है, कितना समा लग जाता। रोज 32 माला करनिया चलिया उन्होंने पूरा किया। 40 दिनों के विच उन्होंने 1.25 लाख मूल मंत्र का जाप कर लिया। 1.25 लाख मूल मंत्र का जाप कर लिया। इस तरीके के नाल प्यारो आपां ये नहीं कहना भी गिणतियां दे विच नहीं पैना। हर एक चीज़ गिणती दे विच है प्यारो, हर एक चीज़ गिणती दे विच, दिन वार गिणती दे विच नहीं। ते प्यारे जे 5 प्यारे वो भी गिणती दे विच, 5 बाणियां दा जाप वो भी गिणती दे विच, हर चीज़ गिणती दे विच है, गिणती मिणती दे विच है। ते जे असीं गिण के भी कर लईए, परमेश्वर के चरणों के नाल जुड़ जाइए, पहला जुड़ जावांगे, फिर मगरों गिणतियां करन दी लोड़ नहीं रह जाती। फल कारण फूली बन राए, फल लागे तब फूल बिलाए। कहते इन्हां ने इसे तरह ही अभ्यास करना शुरू कर दिता। अभ्यास हो गया। जिस वे 40 दिनों के बाद आए तो हुण बाबा जी कहते गुरदित सिया हुण की करदा। कहती महाराज ने कृपा कर दी है बाबा जी, तुसीं आख्या सी 2.5 घंटे मूल मंत्र जाप करया करो, बख्शिश कर दी सतगुरु ने। मैं 32 माला रोज करदा, 1.25 लाख मूल मंत्र कर लिया। उस मालिक की कृपा दे नाल, उस मालिक की बख्शिश के नाल, गुरु नानक के चरणों के नाल जुड़ करके ये बख्शिश हुई है। तो कहते किस तरह करते हो? कहते पहले पहले कहते उच्ची बोल के करीदा। कहते जदों सिर थक जाए तो फिर कहते मूँह दे विच करना शुरू कर दीदा, जबान के नाल करना शुरू कर दीदा। इस तरीके दे नाल करदे हां। कहते जिहड़ा असीं बोल के करते हाँ उहदे नालों कहते 10 गुणा वध जाता है भाव, 10 गुणा फल वध जाता है जदों असीं जीभ दे नाल करते हाँ। जदों असीं जीभा दे नाल करते हैं दूसरे नूं सुणाई भी ना देवे। ते कहते जदों साडा इह हिरदे विच चलिया जांदा, हज़ारां गुणा वध जाता है जाप, जदों हिरदे दे विच चल पैंदा है। कहते पहला बोल के करते हो, उस तो बाद तुसीं रसना तो करते हो, फिर मूँह दे विच करदे हो। जिहड़ा रसना दे विच अपने आप नूं सुणाई देवे, उस तो बाद मूँह दे विच, फिर हिरदे दे विच लह जांदा है। जदों हिरदे दे विच लह जांदा जाप, फिर हज़ारां गुणा वध जांदा। फिर कहते बाबा जी तुसीं जिहड़ा मूल मंत्र का जाप करदे हो कित्थों तक करदे हो? कहते जी एक ओंकार सतनाम करता पुरख निर्भव निर्वैर अकाल मूर्त आजुनी सैभं गुर प्रसाद जप। कहते गुर प्रसाद तक करते हैं। ये महापुरुष कहते तुसीं जी फिर वो कर रहे हो जिवें किसी ने नंगी तलवार फड़ी हुई म्यान तो बिना। कहते जिहड़ा तुसीं जाप कर रहे हो ये इवें है जिवें किसी ने नंगी तलवार फड़ी हुई। बाबा जी किस तरीके दे नाल जाप कीता जावे, किस तरीके दे नाल जाप कीता जावे? कहते जाप करना तुसीं गुरु नानक नूं विचों ही कढ दिता, तुसीं ते गुरु नानक नूं विचों ही कढ दिता। बख्शिश ते लैण वास्ते कह रहे हो पर गुरु नानक नूं तां विचों ही कढ दिता। कहते जदों जाप करना मूल मंत्र दा इस तरीके दे नाल करना, एक ओंकार सतनाम करता पुरख निर्भव निर्वैर अकाल मूर्त आजुनी सैभं गुर प्रसाद जप। आद सचु जुगाद सचु है पी सच, नानक होसी भी सचु। एक ओंकार सतनाम करता पुरख निर्भव निर्वैर अकाल मूर्त आजुनी सैभं गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर
ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਭਾਈ ਗੁਰਦੇਵ ਸਿੰਘ ਜੀ ਇਸ ਤਰੀਕੇ ਦੇ ਨਾਲ ਜਾਪ ਕਰਿਆ ਕਰ। ਪਿਆਰਿਓ, ਇਹ ਜਾਪ ਆਪ ਜੀ ਨੂੰ 5-6 ਵਾਰੀ ਤਾਂ ਦੁਹਰਾਉਣਾ ਕੀਤਾ ਕਿ ਆਪ ਜੀ ਦੇ ਹਿਰਦੇ ਘੜ ਦੇ ਵਿੱਚ ਵੀ ਇਹ ਮੂਲ ਮੰਤਰ ਦਾ ਜਾਪ ਲਹਿ ਜਾਵੇ। ਜਦੋਂ ਅਸੀਂ ਜੁੜ ਜਾਵਾਂਗੇ ਆਨੰਦ ਵਿੱਚ ਆ ਕਰਕੇ, ਆਨੰਦ ਸਰੂਪ ਦੇ ਨਾਲ ਜੁੜ ਜਾਵਾਂਗੇ, ਬੜੇ ਆਨੰਦ ਦੇ ਵਿੱਚ ਆ ਕਰਕੇ ਜਦੋਂ ਮੂਲ ਮੰਤਰ ਦਾ ਜਾਪ ਕਰਾਂਗੇ ਤੇ ਸਤਿਗੁਰਾਂ ਦੇ ਨਾਲ ਸਾਡੀ ਸੁਰਤੀ ਬਿਰਤੀ ਜੁੜ ਜਾਵੇਗੀ। ਸਤਿਗੁਰ ਦੀ ਬਖਸ਼ਿਸ਼ ਦੀ ਪਾਤਰ ਬਣ ਜਾਵਾਂਗੇ। ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ। ਸੰਸਾਰ ਸਮੁੰਦਰ ਤੋਂ ਤਾਂ ਹੀ ਤਰਿਆ ਜਾ ਸਕਦਾ। ਹੁਣ ਕਹਿੰਦੀ ਭਾਈ ਗੁਰਦੇਵ ਸਿੰਘ ਹੁਣਾਂ ਨੇ ਮੂਲ ਮੰਤਰ ਦਾ ਜਾਪ ਇਸ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ। ਯਾਰ ਕਈ ਲੋਕੀ ਨਾ ਕਈ ਵਾਰੀ ਕਹਿੰਦੇ ਨੇ ਇਹ ਗੁਰਪ੍ਰਸਾਦ ਤੱਕ ਜਾਪ ਕਰਨਾ ਹੈ। ਇਹ ਪ੍ਰਭੂ ਦੀ ਬੰਦਗੀ ਵਾਲੇ ਪਤਾ ਕੀ ਕਹਿੰਦੇ ਨੇ, ਉਹ ਵਾਦ ਵਿਵਾਦ ਦੇ ਵਿੱਚ ਨਹੀਂ ਪੈਂਦੇ। ਕਹਿੰਦੇ ਜਿਤਨਾ ਕਰ ਲਵੋਗੇ ਲਾਹਾ ਤੇ ਉਤਨਾ ਹੀ ਮਿਲਣਾ। ਪਿਆਰਿਓ, ਬਾਣੀ ਤੇ ਜਿਤਨੀ ਪੜਾਂਗੇ ਉਤਨਾ ਹੀ ਲਾਹਾ ਮਿਲੇਗਾ। ਜੇ ਆਪਾਂ ਸੋਦਰ ਦਾ ਪਾਠ ਕਰਦੇ ਹਾਂ, ਚੌਪਈ ਸਾਹਿਬ ਦਾ ਪਾਠ ਕਰਦੇ ਹਾਂ, ਜਦੋਂ ਚੌਪਈ ਸਾਹਿਬ ਦਾ ਪਾਠ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਹੋ ਕੁਬਾਰੀ ਸਰਬ ਠੋਰ ਉਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ। ਕਈ ਇੱਥੋਂ ਤੱਕ ਕਰਦੇ ਨੇ ਤੇ ਕਈ ਅੱਗੇ ਜਾਪ ਕਰਦੇ। ਜਿਤਨੀ ਬਾਣੀ ਪੜ੍ਹੀ ਜਾਏਗੀ ਮਹਾਤਮ ਤੇ ਉਤਨੀ ਦਾ ਹੀ ਮਿਲੇਗਾ ਨਾ, ਕਿਉਂਕਿ ਜੁੜੇ ਤੁਸੀਂ ਗੁਰੂ ਨਾਨਕ ਦੇ ਚਰਨਾਂ ਦੇ ਨਾਲ। ਜਿਤਨੀ ਵੀ ਬਾਣੀ ਪੜ੍ਹੀ ਜਾਵੇਗੀ ਉਤਨੀ ਹੀ ਪਿਆਰਿਓ ਵਾਹ ਵਾਹ। ਹੁਣ ਜਿਸ ਵੇਲੇ ਭਾਈ ਗੁਰਦੇਵ ਸਿੰਘ ਹੁਣੀ ਚਲੇ ਗਏ, ਫਿਰ ਉਹਨਾਂ ਨੇ ਮੂਲ ਮੰਤਰ ਉਸੇ ਤਰ੍ਹਾਂ ਹੀ ਕੀਤਾ। ਪਿਆਰਿਓ, ਰੋਜ਼ ਦੀਆਂ ਉਹਨਾਂ ਨੇ ਬੱਤੀ ਵਾਲਾ ਕਰਨੀਆਂ ਸ਼ੁਰੂ ਕਰ ਦਿੱਤਾ।